ਸਾਡੇ ਹੱਕ ਸਾਡੇ ਹੱਕ ਮੋਦੀ ਸਰਕਾਰ ਮੋਦੀ ਸਰਕਾਰ ਕਿਸਾਨ ਏਕਤਾ ਸਾਡੇ ਹੱਕ ਮੋਦੀ ਸਰਕਾਰ ਇਹ ਜੀ ਪਹਿਲਾਂ ਤਾਂ ਮੋਦੀ ਕਹਿੰਦਾ ਸੀਗਾ ਵੀ ਹਨਾ ਵੀ ਥਾਲੀਆਂ ਵਜਾਓ ਤੇ ਕਰੋਨਾ ਭਜਾਓ ਤੇ ਪਰ ਅਸੀਂ ਅੱਜ ਥਾਲੀਆਂ ਵਜਾ ਕੇ ਅਸੀਂ ਅੱਜ ਜਿਹੜੇ 3 ਬਿੱਲ ਆ ਅਸੀਂ ਉਹ ਰੱਦ ਕਰਾਉਣ ਵਾਸਤੇ ਅੱਜ ਥਾਲੀਆਂ ਵਜਾ ਰਹੇ ਹਾਂ। ਅਸੀਂ ਇਸੇ ਬੈਠੇ ਆ ਡਗਰੂ ਫਾਟਕ ਦੇ ਉੱਤੇ ਸੜਕ ਦੇ ਉੱਤੇ ਬੈਠੇ ਆ, ਅਸੀਂ ਡਟ ਕੇ ਵਿਰੋਧ ਕਰ ਰਹੇ ਹਾਂ, ਥਾਲੀਆਂ ਵਜਾ ਰਹੇ ਹਾਂ ਵੀ ਅਸੀਂ ਇਹ ਜਿਹੜੇ 3 ਬਿੱਲ ਪਾਸ ਕੀਤੇ ਬਾਈ ਇਹਨਾਂ ਨੂੰ ਰੱਦ ਕਰਨਾ ਪੈਣਾ, ਜੇ ਨਾ ਕੀਤਾ ਤਾਂ ਫਿਰ ਇਹਨੂੰ ਔਖਾ ਹੋ ਜਾਣਾ ਆ। ਕੀ ਨਾਮ ਹੈ ਜੀ? ਮੇਰਾ ਨਾਮ ਨਿਰਮਲ ਸਿੰਘ ਭੱਟਰਿਆਣਾ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਜ਼ਿਲ੍ਹਾ। ਨਿਰਮਲ ਸਿੰਘ ਜੀ ਥਾਲੀਆਂ ਖੜਕਾ ਰਹੇ ਹੋ, ਕੀ ਕਾਰਨ? ਇਹ ਥਾਲੀਆਂ ਜੀ ਅਸੀਂ ਅੱਜ ਮੋਦੀ ਸਾਹਿਬ ਨੇ ਜਿਹੜੇ ਮਨ ਕੀ ਬਾਤ ਕਰ ਰਹੇ ਨੇ, ਜਦੋਂ ਦੇ ਵੀ ਇਹ ਸਰਕਾਰ ਦੇ ਵਿੱਚ ਆਏ ਨੇ ਮਨ ਕੀ ਬਾਤ ਉਦੋਂ ਦੀ ਕਰ ਰਹੇ ਨੇ, ਪਰ ਇਹਨਾਂ ਜਨ ਕੀ ਬਾਤ ਕਦੇ ਨਹੀਂ ਕੀਤੀ, ਕਦੇ ਲੋਕਾਂ ਦੀ ਆਵਾਜ਼ ਨਹੀਂ ਸੁਣੀ। ਆਪਣੇ ਮਨ ਦੀਆਂ ਗੱਲਾਂ ਕਰਦੇ, ਜੋ ਮਨ ਚਾਹੁੰਦੀਆਂ ਨੇ ਉਹ ਕਰਦੇ ਨੇ, ਲੋਕ ਵਿਰੋਧੀ ਫੈਸਲੇ ਕਰਦੇ ਨੇ, ਖੇਤੀ ਵਿਰੋਧੀ ਜਿਹੜੇ ਕਾਲੇ ਕਾਨੂੰਨ ਲਿਆਂਦੇ ਨੇ, ਜਿਹੜੇ ਉਹ ਦੇਸ਼ ਨੂੰ ਮਾਰ ਰਹੀ ਹੈ, ਕਿਸਾਨੀ ਨੂੰ ਮਾਰ ਰਹੀ ਹੈ। 70% ਤੋਂ ਵੱਧ ਆਬਾਦੀ ਖੇਤੀ ਤੇ ਨਿਰਭਰ ਹੈ, ਜਿਹਦਾ ਅਰਥਚਾਰਾ 80% ਜੁੜਿਆ ਹੋਇਆ ਹੈ ਦੇਸ਼ ਦਾ। ਅੱਜ ਦੇਸ਼ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ। ਅਡਾਨੀਆਂ ਅਵਾਨੀਆਂ ਦੇ ਕਹੇ ਦੇ ਉੱਤੇ ਉਹਨਾਂ ਦੇ ਮਗਰ ਲੱਗ ਕੇ ਇਹ ਆਪਣਾ ਜਿਹੜਾ ਇੱਕ ਪਰਿਵਾਰ ਦਾ ਮੁਖੀ ਹੁੰਦਾ ਆਪਣੇ ਪਰਿਵਾਰ ਬਾਰੇ ਸੋਚਦਾ, ਪਰ ਮੋਦੀ ਸਾਹਿਬ ਇਹ ਕੁਛ ਨਹੀਂ ਸੋਚ ਰਹੇ। ਇਸ ਕਰਕੇ ਅਸੀਂ ਇਹਨਾਂ ਦੀ ਮਨ ਕੀ ਬਾਤ ਦਾ ਬਾਈਕਾਟ ਕਰ ਰਹੇ ਹਾਂ। ਇਹਨਾਂ ਨੂੰ ਕਿਸਾਨਾਂ ਨਾਲ ਅੱਜ ਤੱਕ ਕਦੇ ਗੱਲ ਨਹੀਂ ਕੀਤੀ, ਕਦੇ ਮੀਟਿੰਗ ਨਹੀਂ ਕੀਤੀ। ਅੱਜ ਨੂੰ ਫੈਸਲਾ ਹੋ ਜਾਂਦਾ। ਮਹੀਨੇ ਤੋਂ ਸਮਾਂ ਵੱਧ ਦਿੱਲੀ ਵਿੱਚ ਬੈਠੇ ਕਿਸਾਨ ਨੂੰ ਟੱਪ ਚੁੱਕਿਆ ਹੈ ਤੇ ਇੱਥੇ ਸਾਨੂੰ 3 ਮਹੀਨੇ ਹੋ ਗਏ ਆਪਣੇ ਧਰਨੇ ਲਾ ਰਿਹਾ ਨੂੰ। ਪੂਰਾ ਰੋਸ ਪ੍ਰਗਟ ਕਰ ਰਿਹਾ, ਸਾਰਾ ਦੇਸ਼ ਰੋਸ ਪ੍ਰਗਟ ਕਰ ਰਿਹਾ, ਸਾਰੇ ਦੇਸ਼ ਦੀ ਕਿਸਾਨੀ ਰੋਸ ਪ੍ਰਗਟ ਕਰ ਰਹੀ ਹੈ। ਸਾਰੀ ਦੁਨੀਆ ਦੇ ਲੋਕ ਇਸ ਗੱਲ ਦੇ, ਕਿਸਾਨ ਜਾਂ ਹੋਰ ਮਤਲਬ ਲੋਕ ਇਹ ਕਹਿ ਰਹੇ ਨੇ ਵੀ ਇਹ ਮਸਲਾ ਜਿਹੜਾ ਹੱਲ ਕਰਨਾ ਚਾਹੀਦਾ, ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ, ਜਦੋਂ ਕਿ ਕਿਸਾਨਾਂ ਨੇ ਕਿਹਾ ਨਹੀਂ। ਦੇਸ਼ ਦੇ ਵਿੱਚ ਜਿਹੜਾ ਸੰਵਿਧਾਨ ਹੈ ਉਹ 3 ਸੂਚੀਆਂ ਵਿਸ਼ਿਆਂ ਦੇ ਵਿੱਚ ਬਣਾਏ ਜਾਂਦੇ, ਰਾਜ ਸੂਚੀ,
ਸੰਘੀ ਸੂਚੀ ਤੇ ਅਗਲੀ ਜਿਹੜੀ ਹੈਗੀ ਸਮਾਰਵਾਤੀ ਸੂਚੀ। ਤੇ ਜਦੋਂ ਕਿ ਇਹ ਰਾਜ ਸੂਚੀ ਦੇ ਅੰਡਰ ਆਉਂਦਾ ਹੈ ਖੇਤੀਬਾੜੀ ਦਾ ਮਸਲਾ, ਉਹਨਾਂ ਨਾਲ ਕਿਸਾਨਾਂ ਦੇ ਨਾਲ ਰਾਏ ਨਹੀਂ ਕੀਤੀ, ਨਾ ਹੀ ਰਾਜ ਸਰਕਾਰ ਦੇ ਨਾਲ ਰਾਏ ਕੀਤੀ ਹੈ, ਨਾ ਹੀ ਕਿਸਾਨਾਂ ਨੇ ਮੰਗ ਕੀਤੀ ਹੈ। ਪਰ ਇਹ ਕਾਲੇ ਕਾਨੂੰਨ ਲਿਆਂਦੇ ਨੇ ਜਿਨ੍ਹਾਂ ਦੇ ਵਾਸਤੇ ਕਹਿ ਰਹੇ ਨੇ ਕਿ ਵਧੀਆ ਕਾਨੂੰਨ ਨੇ, ਇਹ ਉਹਨਾਂ ਵਾਸਤੇ ਵਧੀਆ ਕਾਨੂੰਨ ਨਹੀਂ। ਉਹ ਕਹਿੰਦੇ ਸਾਨੂੰ ਤੁਹਾਡੇ ਕਾਨੂੰਨ ਜਿਹੜੇ ਮਾਰਨਗੇ, ਸਾਡੇ ਦੇਸ਼ ਦਾ ਨੁਕਸਾਨ ਕਰਾਉਣਗੇ, ਇਹ ਕਾਨੂੰਨ ਵਾਪਸ ਲਓ। ਪਰ ਮੋਦੀ ਐਵੇਂ ਕਹੀ ਜਾਂਦਾ ਕਿ ਵਧੀਆ ਹੈ। ਉਸ ਬੰਦੇ ਇਕੱਠੇ ਕਰਕੇ ਐਵੇਂ ਗੱਲਾਂ ਕਰੀ ਜਾਂਦੇ ਨੇ ਜਿਹੜੇ ਕਿ ਫਰਜ਼ੀ ਕਿਸਾਨ ਇਕੱਠੇ ਕਰਕੇ 50-60 ਬੰਦੇ ਇਕੱਠੇ ਕਰਕੇ ਦਿਖਾਉਂਦੇ ਨੇ ਵੀ ਹਾਂ ਇਹ ਕਾਨੂੰਨ ਵਧੀਆ ਨੇ। ਸੋ ਵਧੀਆ ਨਹੀਂ ਹਨ, ਇਹ ਲੋਕਾਂ ਨੂੰ ਗੱਲ ਸੁਣਨੀ ਚਾਹੀਦੀ ਹੈ। ਕੀ ਸਮਾਂ ਜਿਹੜੀ 29 ਦੀ ਮੀਟਿੰਗ ਹੁਣ ਦੁਬਾਰਾ ਦਿੱਤੀ ਗਈ ਉਹਦੇ 'ਚ ਕੁਝ ਹੱਲ ਨਿਕਲਦਾ ਲੱਗਦਾ ਤੁਹਾਨੂੰ? ਅਸੀਂ ਚਾਹੁੰਦੇ ਹਾਂ ਤਾਂ ਹੀ ਕਿਸਾਨ ਜਥੇਬੰਦੀਆਂ ਨੇ, ਸਾਡੀ ਲੀਡਰਸ਼ਿਪ ਨੇ, ਜਿਹੜਾ ਪਹਿਲਾਂ ਇਹਨਾਂ ਨੇ ਇੱਕ ਸਾਹਮਣੇ ਇੱਕ ਬਾਲ ਸਿੱਟੀ ਸੀ ਕਿ ਤੁਸੀਂ ਆਪ ਸਮਾਂ ਦਿਓ, ਜਦੋਂ ਕਿ ਮੀਟਿੰਗ ਦਾ ਸਮਾਂ ਸਰਕਾਰ ਨੇ ਦੇਣਾ ਬਣਦਾ ਹੈ, ਸਰਕਾਰ ਦਾ ਆਪਦਾ ਦੇਣ ਦਾ ਫਰਜ਼ ਬਣਦਾ ਇੰਨੇ ਸਮੇਂ ਦੇ ਉੱਤੇ, ਤੇ ਫਲਾਣੇ ਦਿਨ ਤੁਸੀਂ ਮੀਟਿੰਗ ਕਰੋ ਆ ਕੇ। ਤੇ ਪਰ ਇਹਨੇ ਮੋਦੀ ਹੋਰਾਂ ਨੇ, ਇਹ ਆਪਣੇ ਤੋਮਰ ਸਾਹਿਬ ਹੋਰਾਂ ਨੇ ਇੱਕ ਚਿੱਠੀ ਦਿੱਤੀ ਕਿ ਤੁਸੀਂ ਮਤਲਬ ਜਿਹੜਾ ਜੁਆਇੰਟ ਸੈਕਟਰ ਉਹਨਾਂ ਨੇ ਚਿੱਠੀ ਦਿੱਤੀ ਕਿ ਤੁਸੀਂ ਆ ਕੇ ਮੀਟਿੰਗ ਕਰੋ, ਸਮਾਂ ਤੁਸੀਂ ਦਿਓ। ਕਿਸਾਨਾਂ ਨੇ ਸੋਚ ਵਿਚਾਰ ਕੇ 29 ਦਸੰਬਰ ਦੇਤਾ ਵੀ ਹਾਂ ਅਸੀਂ 29 ਦਸੰਬਰ ਨੂੰ ਜਿੱਥੇ ਤੁਸੀਂ ਕਹੋਗੇ ਮੀਟਿੰਗ ਕਰ ਸਕਦੇ ਅਸੀਂ ਤਿਆਰ। ਪਰ ਸਰਕਾਰ ਦੇ ਵੱਲੋਂ ਇਹ ਗੱਲ ਹੋਣੀ ਚਾਹੀਦੀ ਹੈ, ਇਹ ਬਿੰਦੂ ਹੋਣਾ ਚਾਹੀਦਾ ਹੈ ਵੀ ਤੁਸੀਂ ਕਿਹੜੇ ਦੇ ਉੱਤੇ ਗੱਲ ਕਰੋਗੇ। ਕੀ ਸਾਡੇ ਕਾਨੂੰਨ ਵਾਪਸ ਲਓਗੇ? ਕੀ ਸਾਡੇ ਕਿਸਾਨਾਂ ਦੀ ਗੱਲ ਸੁਣੋਗੇ? ਜਿਹੜੇ ਕੀ MSP ਦਾ ਸਾਨੂੰ ਇਹ ਪੂਰਾ ਇਹ ਕਾਨੂੰਨ ਬਣਾਓਗੇ? ਜਿਹੜੇ MSP ਸਾਡੀ ਟੁੱਟ ਰਹੀ ਹੈਗੀ। ਕੀ ਤੁਹਾਨੂੰ ਲੱਗਦਾ ਜੀ ਕਿ ਮੀਟਿੰਗ 'ਚ ਕੋਈ ਸਿੱਟਾ ਨਿਕਲੂਗਾ? ਸਾਨੂੰ ਜਦੋਂ ਹੁਣ ਤੱਕ ਸਿੱਟਾ ਨਹੀਂ ਨਿਕਲਿਆ, 3 ਮਹੀਨਿਆਂ ਦੇ ਵਿੱਚ ਨਹੀਂ ਨਿਕਲਿਆ, ਸਾਨੂੰ ਭਰੋਸਾ ਨਹੀਂ ਹੈ। ਪਰ ਮੋਦੀ ਸਾਹਿਬ ਨੂੰ ਜ਼ਰੂਰ ਇਹ ਸਿੱਟਾ ਕੱਢਣਾ ਚਾਹੀਦਾ ਹੈ, ਇਹ ਮਸਲਾ ਹੱਲ ਕਰਨਾ ਚਾਹੀਦਾ, ਕਾਨੂੰਨ ਵਾਪਸ ਲੈਣੇ ਚਾਹੀਦੇ ਨੇ। ਸਾਨੂੰ ਭਰੋਸਾ ਕੋਈ ਨਹੀਂ ਹੈ ਕਿਉਂਕਿ ਕਿਸੇ ਵੀ ਮਸਲੇ ਉੱਤੇ ਮੋਦੀ ਸਾਹਿਬ ਉਹਦੀ ਪੂਰ ਨਹੀਂ ਉਤਰੇ, ਇਸ ਕਰਕੇ ਸਾਨੂੰ ਭਰੋਸਾ ਨਹੀਂ ਹੈ। ਗੁਰਤੇਜ ਸਿੰਘ ਜੀ। ਗੁਰਤੇਜ ਸਿੰਘ ਜੀ, ਅੱਜ ਥਾਲੀਆਂ ਖੜਕਾ ਰਹੇ ਹੋ, ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋ, ਕੀ ਕਹਿਣਾ ਸੀ? ਇਹ ਥਾਲੀਆਂ ਇਸ ਕਰਕੇ ਖੜਕਾ ਰਹੀ, ਸਾਡੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਫੈਸਲਾ ਹੋਇਆ ਸੀ ਵੀ ਅਸੀਂ ਜਦੇ ਇਹ ਮਨ ਕੀ ਬਾਤ ਕਰਨਾ ਹੈ, ਉਹਦੇ ਅਸੀਂ ਜਨ ਕੀ ਬਾਤ ਵੀ ਸੁਣਾਉਣੀ ਹੈ। ਸਾਡੀ ਉਹ ਆਵਾਜ਼ ਨਹੀਂ ਸੁਣ ਰਹੇ। ਅੱਜ ਅਸੀਂ ਰੇਲਵੇ ਸਟੇਸ਼ਨ ਸੰਗਰੂਰ ਤੇ ਥਾਲੀਆਂ ਖੜਕਾ ਕੇ ਮੋਦੀ ਦਾ ਉਹ ਮਨ ਕੀ ਬਾਤ ਦਾ ਬਾਈਕਾਟ ਕਰ ਰਹੇ ਹਾਂ, ਕਿਉਂਕਿ ਉਹ ਕਿਸਾਨਾਂ ਦੀ ਗੱਲ ਹੀ ਨਹੀਂ ਸੁਣ ਰਿਹਾ, ਜਿਨ੍ਹਾਂ ਦੀ ਗੱਲ ਸੁਣਨੀ ਚਾਹੀਦੀ। ਅੱਜ 31 ਦਿਨ ਹੋ ਗਏ ਉਹਨਾਂ ਨੂੰ ਉੱਥੇ ਬੈਠਿਆਂ ਨੂੰ, ਕਿਸਾਨਾਂ ਨੂੰ, ਪਾਲੇ ਦੇ ਵਿੱਚ, ਠੰਡ ਦੇ ਵਿੱਚ, ਉਹਨਾਂ ਦੀ ਤਾਂ ਉਹ ਗੱਲ ਨਹੀਂ ਸੁਣ ਰਿਹਾ, ਪਰ ਆਪਦੀ ਗੱਲ ਸੁਣਾਉਣ ਵਾਸਤੇ ਉਹ ਅੜੀ ਫੜੀ ਬੈਠਾ। ਇਸ ਕਰਕੇ ਅਸੀਂ ਅੱਜ ਇਹ ਥਾਲੀਆਂ ਖੜਕਾਉਂਦਾ, ਸਾਡੀਆਂ ਉੱਪਰੋਂ ਜਥੇਬੰਦੀਆਂ ਦਾ ਲੀਡਰਾਂ ਦਾ ਸਾਨੂੰ ਸੁਨੇਹਾ ਆਇਆ ਹੈ ਵੀ ਇਸ ਕਰਕੇ ਜਿੱਥੇ ਜਿੱਥੇ ਵੀ ਸਾਡੀਆਂ ਜਥੇਬੰਦੀਆਂ ਨੇ ਥਾਲੀਆਂ ਖੜਕਾ ਕੇ ਉਹਨਾਂ ਦਾ ਵਿਰੋਧ ਕਰਨਗੀਆਂ। ਅੱਜ ਜੋ ਕਿਸਾਨੀ ਸੰਘਰਸ਼ ਦੌਰਾਨ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਹ ਹੁਕਮ ਲਾਇਆ ਸੀ ਕਿ ਮੋਦੀ ਸਰਕਾਰ ਦੇ ਖਿਲਾਫ ਥਾਲੀਆਂ ਖੜਕਾ ਕੇ, ਭਾਂਡੇ ਖੜਕਾ ਕੇ ਉਹਦਾ ਮੂੰਹ ਤੋੜ ਜਵਾਬ ਦੇਣਾ ਹੈ ਤੇ ਜਿਹੜੇ ਕਾਲੇ ਕਾਨੂੰਨ ਉਹਨੇ ਬਣਾਏ ਆ ਇਹਨਾਂ ਨੂੰ ਰੱਦ ਕਰਾਉਣ ਲਈ
ਉਹਨੂੰ ਮਜਬੂਰ ਕਰਨਾ ਹੈ। ਸੋ ਉਸੇ ਤਹਿਤ ਅਸੀਂ ਥਾਲੀਆਂ ਤਾਂ ਨਹੀਂ ਖੜਕਾਉਂਦੇ, ਕਿਉਂਕਿ ਖਾਲਸੇ ਦੀ ਪਰੰਪਰਾ ਨਹੀਂ। ਅਸੀਂ ਜਿਹੜਾ ਨਗਾਰਾ ਹੈ ਉਹ ਵਜਾ ਕੇ ਮੋਦੀ ਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਚਾਹੁੰਦੇ ਆ ਕਿ ਜੇਕਰ ਤੂੰ ਇਹਨਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦਾ ਤੇ ਤੇਰੀਆਂ ਖਾਲਸਾ ਪੰਥ ਕਿਸੇ ਤਰੀਕੇ ਨਾਲ ਵੀ ਜੜ੍ਹਾਂ ਪੁੱਟ ਸਕਦਾ ਹੈ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰ ਰਿਹਾ, ਕਿਸਾਨ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਜਿਹੜਾ ਤੁਸੀਂ ਸੰਘਰਸ਼ ਲੜ ਰਹੇ ਹੋ ਇਹ ਸਾਰੀਆਂ ਸੰਗਤਾਂ ਤੁਹਾਡੇ ਨਾਲ ਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਰਣਜੀਤ ਨਗਾਰਾ ਵਜਾ ਕੇ ਇਹਨਾਂ ਰਾਜਿਆਂ ਨੂੰ ਸੁਚੇਤ ਕੀਤਾ ਸੀ। ਸੋ ਉਸ ਪਰੰਪਰਾ ਨੂੰ ਚੱਲਦੇ ਹੋਏ ਅਸੀਂ ਅੱਜ ਸਾਰਿਆਂ ਨੇ ਇਹ ਨਗਾਰਾ ਵਜਾ ਕੇ ਮੋਦੀ ਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਚਾਹੁੰਦੇ ਆ ਕਿ ਕਾਲੇ ਕਾਨੂੰਨ ਰੱਦ ਕਰੋ ਤੇ ਇਸ ਕਿਸਾਨਾਂ ਨੂੰ ਜਿਹੜਾ ਹੈ ਰਾਹਤ ਦਿਓ। ਬਹੁਤ ਬਹੁਤ ਧੰਨਵਾਦ ਜੀ। ਅੱਜ ਕਾਰ ਰੈਲੀ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ। ਸਾਡੀ ਹਜੇ ਤੱਕ ਦੀ ਸਭ ਤੋਂ ਵੱਡੀ ਉਪਲਬਧੀ ਇਹ ਹੀ ਹੈ ਕਿ ਇਹ ਸ਼ਾਂਤਮਈ ਢੰਗ ਨਾਲ ਸਭ ਕੁਝ ਚੱਲ ਰਿਹਾ ਹੈ। ਕੋਸ਼ਿਸ਼
ਵੀਰ ਜੀ ਮਨ ਦੀ ਬਾਤ ਤਾਂ 6 ਸਾਲ ਹੋ ਗਏ ਪ੍ਰਧਾਨ ਮੰਤਰੀ ਨੂੰ ਮਨ ਦੀ ਬਾਤ ਆਪਣੀ ਬਤਾਉਂਦੇ ਨੂੰ। ਪਰ ਮਨ ਦੀ ਬਾਤ ਮੈਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦਾ ਪ੍ਰਧਾਨ ਮੰਤਰੀ ਤੋਂ ਵੀ ਪ੍ਰਧਾਨ ਮੰਤਰੀ ਜਨਤਾ ਦੇ ਮਨ ਦੀ ਬਾਤ ਸੁਣਦਾ ਹੁੰਦਾ ਕਿ ਆਪਦੇ ਮਨ ਦੀ ਬਾਤ ਬਤਾਉਂਦਾ ਹੁੰਦਾ? ਜਨਤਾ ਦੀਆਂ ਵੋਟਾਂ ਲੈ ਕੇ ਪ੍ਰਧਾਨ ਮੰਤਰੀ ਬਣਿਆ, ਜਨਤਾ ਨੂੰ ਆਪਦੇ ਮਨ ਦੀ ਬਾਤ ਬਤਾਈ ਜਾਂਦਾ। ਜਨਤਾ ਦੇ ਗਰੀਬ ਕਿਸਾਨ ਮਜ਼ਦੂਰਾਂ ਦੇ ਮਨ ਦੀ ਬਾਤ ਕਿਉਂ ਨਹੀਂ ਸੁਣਦਾ ਇਹ? ਇਸ ਕਰਕੇ ਇਹ ਕਾਲੇ ਕਾਨੂੰਨ ਲਿਆਂਦੇ ਨੇ ਹੁਣ ਇਹਨੇ ਆਪਦੇ ਮਨ ਦੀਆਂ ਬਾਤਾਂ ਬਦਾਵਦਾ ਜਨਤਾ ਦੀ ਇੱਕ ਨਹੀਂ ਸੁਣਦਾ, ਮਜ਼ਦੂਰਾਂ ਦੀ ਇੱਕ ਨਹੀਂ ਸੁਣਦਾ, ਛੋਟੇ ਦੁਕਾਨਦਾਰਾਂ ਦੀ ਇੱਕ ਨਹੀਂ ਸੁਣਦਾ, ਆਪਦੇ ਮਨ ਦੀ ਬਾਤ ਰੱਖੀ ਜਾਂਦਾ ਮੂਹਰੇ। ਇਹ ਜਨਤਾ ਦੀ ਕਿਉਂ ਨਹੀਂ ਸੁਣਦਾ? ਪੂਰੇ ਦੇਸ਼ ਦੀ ਬਾਤ ਕਿਉਂ ਨਹੀਂ ਸੁਣਦਾ? ਕਿਸਾਨ ਲਗਭਗ 6 ਮਹੀਨਿਆਂ ਤੋਂ ਆਪਦੀ ਹੜਤਾਲਾਂ ਤੇ ਧਰਨਿਆਂ ਤੇ ਮੁਜ਼ਾਹਰਿਆਂ ਤੇ ਹੈ। ਆਪਦੇ ਘਰ ਦੇ ਕੰਮ ਛੱਡ ਕੇ ਸਾਡੇ ਬੱਚੇ ਵੀ ਸੜਕਾਂ ਤੇ ਨੇ, ਸਾਡੀਆਂ ਮਾਤਾਵਾਂ ਵੀ ਸੜਕਾਂ ਤੇ ਨੇ, ਸਾਡੀਆਂ ਭੈਣਾਂ ਵੀ ਸੜਕਾਂ ਤੇ ਨੇ। ਇਹ ਸਾਡੇ ਮਨ ਦੀ ਬਾਤ ਤਾਂ ਸੁਣਦਾ ਨਹੀਂ, ਆਪਦੀ ਮਨ ਦੇ ਬਾਤ ਇਹ ਬਤਾਈ ਜਾਂਦਾ। ਕਾਲੇ ਕਾਨੂੰਨ ਇਹ ਲਿਆ 4, ਜੇ 4 ਕਾਨੂੰਨ ਕਾਲੇ ਰੱਦ ਕਰਦਾ ਤਾਂ ਠੀਕ ਹੈ, ਨਹੀਂ ਸਾਡੀਆਂ ਜਥੇਬੰਦੀਆਂ ਤਿੱਖਾ ਸੰਘਰਸ਼ ਵਿੱਢਿਆ ਹੋਇਆ। ਇਕੱਲੇ ਪੰਜਾਬ ਦਾ ਨਹੀਂ, ਹੁਣ ਹਰਿਆਣਾ, ਹਿਮਾਚਲ, ਜਿੰਨੇ ਰਾਜਸਥਾਨ ਤੇ ਬਿਹਾਰ, ਸਾਰੀਆਂ ਸਟੇਟਾਂ ਇੱਕ ਹੋ ਰਹੀਆਂ ਨੇ। ਪੂਰੇ ਨੈਸ਼ਨਲ ਪੱਧਰ ਦੇ ਉੱਤੇ ਇਹ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਤੇ ਬਾਹਰਲੇ ਮੁਲਕਾਂ ਤੋਂ ਵੀ ਜਿੰਨੇ ਹੁਣ ਆਪਣੇ ਕੈਨੇਡਾ ਅਮਰੀਕਾ ਵੀ ਦੇਖੋ ਕਿੰਨੀ ਵਿਰੋਧਤਾ ਕਰ ਰਿਹਾ ਹੈ। ਇਹ ਪ੍ਰਧਾਨ ਮੰਤਰੀ ਪਹਿਲਾਂ ਦੇਖਿਆ ਜਿਹੜੀ ਇਹਦੀ ਇੰਨੀ ਕੁੱਤੇ ਖਾਣੀ ਹੁੰਦੀ ਹੈ, ਇਹਨੂੰ ਸਮਝ ਨਹੀਂ ਆਉਂਦੀ, ਹਜੇ ਵੀ ਮਨ ਦੀ ਬਾਤ ਬਤਾਉਣੋਂ ਨਹੀਂ ਹਟਦਾ। ਇਹ ਕਿਉਂ ਨਹੀਂ ਲੋਕਾਂ ਦੀ ਬਾਤ ਸੁਣਦਾ? ਕਿਉਂ ਨਹੀਂ ਇਹ ਜਨਤਾ ਦੀ ਬਾਤ ਸੁਣਦਾ? ਅਸੀਂ ਤਾਂ ਇਹਦੇ ਮਨ ਦੀ ਬਾਤ ਸੁਣ ਕੇ ਥੱਕੇ ਪਏ ਆ ਭਰਾ ਜੀ। ਤੇ ਇਸ ਕਰਕੇ ਇਹਦੀ ਅਸੀਂ ਵਿਰੋਧਤਾ ਕਰਦੇ ਹਾਂ। ਇਸ ਕਰਕੇ ਹੁਣ ਇਹਦੇ ਅੱਜ ਦੀ ਮਨ ਦੀ ਬਾਤ ਅਸੀਂ ਹੁਣ ਤੋਂ ਇਹਦੇ ਬੰਦ ਕਰੀ ਹੋਈ ਆ। ਹੱਥ ਬੰਨ੍ਹ ਕੇ ਇਹਨੂੰ ਹੁਣ ਵੀ ਕਹਿੰਦੇ ਆ ਸਾਡੇ ਬੱਚੇ ਵੀ ਨੇ ਛੋਟੇ ਛੋਟੇ ਥਾਲੀਆਂ ਖੜਕਾਉਂਦੇ ਨੇ। ਇਹ ਤਾਂ ਕਰੋਨਾ ਭਜਾਉਂਦਾ ਸੀ, ਕਰੋਨਾ ਤਾਂ ਨਹੀਂ, ਇਹ ਤੋਂ ਭੱਜੀ ਥਾਲੀਆਂ ਖੜਕਾ ਕੇ, ਨਾ ਹੀ ਕਰੋਨਾ ਸੀਗੀ। ਹੁਣ ਅਸੀਂ ਇਹਦੇ ਮਨ ਦੀ ਬਾਤ ਜ਼ਰੂਰ ਰੋਕਾਂਗੇ ਥਾਲੀਆਂ ਖੜਕਾ ਕੇ। ਮੋਦੀ ਮੁਰਦਾਬਾਦ, ਕਿਸਾਨਾਂ ਦੇ ਮਨ ਦੀ ਬਾਤ ਸੁਣਨ ਵਾਲਾ ਮੋਦੀ ਮੁਰਦਾਬਾਦ, ਕਿਸਾਨਾਂ ਦੀ ਬਾਤ ਨਾ ਸੁਣਨ ਵਾਲਾ ਮੋਦੀ ਮੁਰਦਾਬਾਦ, ਕਿਸਾਨਾਂ ਦੀ ਬਾਤ ਨਾ ਸੁਣਨ ਵਾਲਾ ਮੋਦੀ ਮੁਰਦਾਬਾਦ, ਕਿਸਾਨਾਂ ਦੇ ਮਨ ਦੀ ਬਾਤ ਨਾ ਸੁਣਨ ਵਾਲਾ ਮੋਦੀ ਮੁਰਦਾਬਾਦ, ਕਿਸਾਨਾਂ ਦੀ ਬਾਤ ਨਾ ਸੁਣਨ ਵਾਲਾ ਮੋਦੀ ਮੁਰਦਾਬਾਦ, ਕਿਸਾਨਾਂ ਦੇ ਮਨ ਦੀ ਬਾਤ ਨਾ ਸੁਣਨ ਵਾਲਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਜਥੇਬੰਦੀਆਂ ਦਾ ਏਕਤਾ ਜਿੰਦਾਬਾਦ, ਕਿਸਾਨਾਂ ਦੇ ਮਨ ਦੀ ਬਾਤ ਨਾ ਸੁਣਨ ਵਾਲਾ ਮੋਦੀ ਮੁਰਦਾਬਾਦ, ਕਿਸਾਨਾਂ ਦੀ ਬਾਤ ਨਾ ਸੁਣਨ ਵਾਲਾ ਮੋਦੀ ਮੁਰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨਾਂ ਦੀ ਬਾਤ ਨਾ ਸੁਣਨ ਵਾਲਾ ਮੋਦੀ ਮੁਰਦਾਬਾਦ, ਕਿਸਾਨ ਮਜ਼ਦੂਰ ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਲੋਕਾਂ ਦੇ ਮਨ ਦੀ ਬਾਤ ਨਾ ਸੁਣਨਾ ਮੋਦੀ ਮੁਰਦਾਬਾਦ,
जिंदाबाद